ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ। ਬਦਰ ਕਵਾਲ ਜੀ ਆਪਾਂ ਨੂੰ ਮੌਕਾ ਮਿਲਿਆ ਔਰ ਸਾਰਾ ਹਫਤਾ ਪਰਮੇਸ਼ਰ ਨੇ ਸਾਨੂੰ ਸੰਭਾਲੀ ਰੱਖਿਆ ਔਰ ਉਸ ਦੀ ਦਇਆ ਰਹਿਮ ਕਿਰਪਾ ਦੇ ਲਈ ਸ਼ੁਕਰ ਕਰਦੇ ਹਾਂ। ਔਰ ਕੱਲ ਸੰਡੇ ਸਰਵਿਸ ਸ਼ੁਰੂ ਹੋ ਗਈ ਆ। ਗਵਰਨਮੈਂਟ ਨੇ ਇਜਾਜ਼ਤ ਦੇ ਦਿੱਤੀ ਆ, ਅੰਦਰ 50 ਜਣੇ ਆ ਕੇ ਬੈਠ ਸਕਦੇ ਹੈਗੇ ਆ, ਅੰਦਰ ਜਾ ਕੇ ਸਰਵਿਸ ਹੋ ਸਕਦੀ ਹੈ। ਪਹਿਲਾਂ ਪਾਰਕਿੰਗ ਲਾਟ ਵਿੱਚ ਕਾਰਾਂ ਵਿੱਚ ਹੀ ਬੈਠ ਕੇ ਸਰਵਿਸ ਕਰਦੇ ਸੀਗੇ, ਹੁਣ ਦੇ ਸਗਾ ਹੁਣ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ। ਤੇ ਆਪਾਂ ਬੁੱਕ ਆਫ ਰੈਵਲੇਸ਼ਨ ਦੇ ਕੁਝ ਟੌਪਿਕਸ ਰਹਿੰਦੇ ਹੈਗੇ ਆ ਜੀ। ਹਾਂਜੀ, ਤੇ ਉਹ ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਭਜਨ, ਜ਼ਬੂਰ, ਸਾਮਜ਼ 34 34 ਦੀਆਂ। ਹਾਂਜੀ, ਇਹ 6 ਤੋਂ 10 ਆਇਤਾਂ ਪੜ੍ਹਦੇ ਹਾਂ ਜੀ। 34 ਦੀਆਂ 6 ਹਾਂਜੀ ਤੋਂ 10। ਹਾਂਜੀ, 34 ਦੀਆਂ 6 ਤੋਂ 10 ਇਸ ਤਰ੍ਹਾਂ ਹੈ। ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾ ਨੇ ਸੁਣਿਆ ਅਤੇ ਉਹਦੀਆਂ ਸਾਰੀਆਂ ਦੁੱਖਾਂ ਤੋਂ ਉਹਨੂੰ ਬਚਾਇਆ। ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ। ਉਹਦੇ ਡਰਨ ਵਾਲਿਆਂ ਦੇ ਦੁਆਲੇ, ਹਾਂਜੀ, ਜਿਹੜੇ ਯਹੋਵਾ ਤੋਂ ਡਰਦੇ ਆ, ਹਾਂਜੀ, ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ। ਚੱਖੋ ਤੇ ਵੇਖੋ ਕਿ ਯਹੋਵਾ ਭਲਾ ਹੈ। ਵਾਹ ਜੀ ਵਾਹ, ਧੰਨ ਹੈ ਉਹ ਪਰਮੇਸ਼ਰ ਜੋ ਉਸ ਵਿੱਚ ਪਨਾਹ ਲੈਂਦਾ ਹੈ। ਵਾਹ ਜੀ ਵਾਹ, ਹਾਂਜੀ। ਹੇ ਯਹੋਵਾ ਦੇ ਸੰਤੋ, ਉਸ ਤੋਂ ਡਰੋ, ਕਿਉਂ ਜੋ ਉਸ ਦੇ ਡਰਨ ਵਾਲਿਆਂ ਤੋਂ ਕੋਈ ਥੁੜ ਨਹੀਂ। ਹਾਂਜੀ, ਬਾਕੀ ਅੱਗੇ ਲਿਖਿਆ ਹੈ ਜੀ। ਤੁਸੀਂ ਇਹ ਬਹੁਤ ਆਇਤ ਨੂੰ ਕਹਿੰਦੇ ਹੁੰਦੇ ਆ ਜੀ, ਬਿਲਕੁਲ ਬਹੁਤ ਚੰਗੀ ਆਇਤ ਆ। ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀਆਂ, ਪਰ ਯਹੋਵਾ ਦੇ ਤਾਲਵਾਂ ਨੂੰ ਕਿਸੇ ਚੰਗੀ ਵਸਤੂ ਦੀ ਥੁੜ ਨਹੀਂ ਹੋਵੇਗੀ। ਵਾਹ ਜੀ ਵਾਹ, ਵਾਹ ਜੀ ਵਾਹ। ਪਰਮੇਸ਼ਰ ਆਪ ਬੜੇ ਵਫਾਦਾਰ ਹੋ। ਪਰਮੇਸ਼ਰ ਪਿਤਾ, ਆਪ ਹਮੇਸ਼ਾ ਆਪਣੇ ਵਾਅਦਿਆਂ ਤੇ ਖੜੇ ਰਹਿੰਦੇ ਹੋ। ਆਪ ਹਮੇਸ਼ਾ ਆਪਣੇ ਵਚਨ ਨੂੰ ਪੂਰਾ ਕਰਦੇ ਹੋ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੀ ਦਇਆ ਰਹਿਮ ਕਿਰਪਾ ਦੇ ਲਈ ਔਰ ਆਪ ਜੀ ਦੇ ਵਚਨ ਦੇ ਲਈ। ਪਰਮੇਸ਼ਰ ਪਿਤਾ, ਜਿਸ ਤਰ੍ਹਾਂ ਆਪ ਆਪਣੇ ਵਚਨ ਦੁਆਰਾ ਸਾਡੇ ਨਾਲ ਗੱਲਬਾਤ ਕਰਦੇ ਹੋ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ। ਇਸ ਵਚਨ ਨੂੰ ਪਰਮੇਸ਼ਰ ਪਿਤਾ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ। ਆਪ ਸਾਡੀ ਮਦਦ ਕਰੋ ਆਪਣੇ ਪਵਿੱਤਰ ਆਤਮਾ ਦੁਆਰਾ। ਪਵਿੱਤਰ ਆਤਮਾ ਜੀ, ਇਹ ਸਾਰਾ ਸਮਾਂ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਜੋ ਕੁਝ ਵੀ ਬੋਲਿਆ ਜਾਵੇ, ਸੁਣਿਆ ਜਾਵੇ, ਪੜ੍ਹਿਆ ਜਾਵੇ, ਉਹ ਆਪ ਵੱਲੋਂ ਹੋਵੇ। ਸਾਡੇ ਨਾਲ ਗੱਲਬਾਤ ਕਰੋ ਆਪਣੇ ਵਚਨ ਦੁਆਰਾ ਔਰ ਇਸ ਦਾ ਸਾਰਾ ਜਲਾਲ, ਸਾਰੀ ਮਹਿਮਾ ਆਪ ਨੂੰ ਦਿੰਦੇ ਹਾਂ। ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਪਿਤਾ, ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਦੇ ਨਾਮ ਵਿੱਚ। ਆਮੀਨ, ਆਮੀਨ। ਹਾਲੇਲੂਇਆ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ। ਆਪਾਂ ਜਿਹੜੀ ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ, ਮੁਕਾਸ਼ਵਾ, ਵਰਸ ਬਾਈ ਵਰਸ, ਆਇਤ ਬਾਈ ਆਇਤ, ਆਪਾਂ ਬਾਈਬਲ ਸਟੱਡੀ ਪਿਛਲੇ ਕੁਝ ਸਾਲਾਂ ਤੋਂ ਜੋ ਸ਼ੁਰੂ ਕੀਤੀ ਹੋਈ ਸੀ ਉਹ ਪੂਰੀ ਹੋਈ ਹੈ ਔਰ ਪਰਮੇਸ਼ਰ ਦਾ ਸਾਰਾ ਜਲਾਲ, ਸਾਰੀ ਮਹਿਮਾ ਉਸ ਦੀ। ਤੇ ਆਪਣੇ ਕੁਝ ਕੁ ਟੌਪਿਕ ਆਪਣੇ ਚੱਲ ਰਹੇ ਹੈਗੇ ਆ ਜੀ, ਜਿਹੜੇ ਉਹਨਾਂ ਤੇ ਆਪਾਂ ਹੋਰ ਥੋੜਾ ਜਿਹਾ ਆਪਾਂ ਗੱਲਬਾਤ ਕਰ ਸਕੀਏ। ਆਪਾਂ ਪਿਛਲੇ ਹਫਤੇ ਰੈਪਚਰ ਦੇ ਉੱਪਰ ਆਪਣੇ ਗੱਲਬਾਤ ਕੀਤੀ ਸੀਗੀ। ਹਾਂਜੀ, ਚਰਚ ਦਾ ਚੁੱਕਿਆ ਜਾਣਾ। ਹਾਂਜੀ, ਜਿਹੜਾ ਕਿਉਂਕਿ ਉਹ ਆਪਾਂ ਯਿਸੂ ਮਸੀਹ ਬਚਨ ਦੁਆਰਾ ਦੱਸ ਰਹੇ, ਮੈਂ ਜਲਦ ਆ ਰਿਹਾ ਹੈਗਾ ਆਪਣੀ ਦੁਲਹਨ ਨੂੰ, ਆਪਣੇ ਚਰਚ ਨੂੰ ਲੈਣ ਦੇ ਵਾਸਤੇ। ਹਾਂਜੀ, ਤੇ ਉਹ ਰੈਪਚਰ ਦੇ ਬਾਰੇ ਸਾਰੀ ਆਪਾਂ ਸਟੱਡੀ ਡਿਟੇਲ ਦੇ ਵਿੱਚ ਅੱਗੇ ਕਰ ਹਟੇ ਹੈਗੀਆਂ। ਹਾਂਜੀ, 2 ਸਟੱਡੀ ਹੋ ਗਈਆਂ। ਹਾਲੇਲੂਇਆ। ਤੇ ਉਹ ਆਪਾਂ ਦੇਖਿਆ ਸੀਗਾ ਵੀ ਜਿਹੜੇ ਮੁਰਦੇ ਹੈਗੇ ਆ ਉਹ ਜੀ ਉੱਠੂਗੇ ਔਰ ਪੁਨਰੁਥਾਨ, ਰੈਜ਼ਰੈਕਸ਼ਨ ਹੋਏਗੀ। ਹਾਂਜੀ, ਤੇ ਅੱਜ ਆਪਾਂ ਇਹਦੇ ਵਿੱਚ ਸਿਰਫ ਬਲੀਵਰਸ ਹੀ ਆ, ਵਿਸ਼ਵਾਸੀਆਂ ਦੀ। ਹਾਂਜੀ, ਹਾਂਜੀ, ਉਹਨਾਂ ਦੇ, ਕਿਉਂਕਿ ਜਦੋਂ ਉਹਨੇ ਲੈਣ ਆਉਣਾ ਨਾ, ਤੇ ਕਿੱਥੇ ਆਉਣਾ? ਬੱਦਲਾਂ ਤੱਕ ਆਉਣਾ। ਹਾਂਜੀ, ਤੇ ਉਹ ਜਿਹੜੀ ਉਹਨੂੰ ਕਹਿੰਦੇ ਹੈਗੇ ਆ, ਇਹ ਜੇ ਚੋਰ ਦੀ ਤਰ੍ਹਾਂ ਆਉਣ ਵਾਲੀ ਜਿਹੜੀ ਉਹਦੀ ਆਮਦ ਆ, ਉਸ ਦੀ ਗੱਲ ਕਰ ਰਹੇ। ਜਦੋਂ ਕਹਿੰਦਾ ਮੈਂ ਚੋਰ ਦੀ ਤਰ੍ਹਾਂ ਆਉਣਾ, ਪਰਸਨਲ ਅਪੀਅਰੈਂਸ ਹੈਗੀ ਆ। ਇੱਕ ਉਹ ਧਰਤੀ ਤੇ ਆਉਣਾ, ਸੈਕੰਡ ਕਮਿੰਗ ਜਿਹੜੀ ਦੂਸਰੀ ਉਹ ਧਰਤੀ ਤੇ ਆਉਣੀ ਆ ਜਦੋਂ ਉਹਨੇ 1000 ਸਾਲਾ ਬਾਦਸ਼ਾਹੀ, 1000 ਸਾਲ ਲਈ ਰਾਜ ਕਰਨਾ। ਸਾਰੇ ਵਿਸ਼ਵਾਸੀ ਵੀ ਨਾਲ ਹੋਣਗੇ, ਆਉਣਗੇ। ਤੇ ਹੁਣ ਮਤਲਬ ਕਿ ਆਪਾਂ ਜਦੋਂ ਵੀ ਆਪਾਂ
ਜਿਹੜਾ ਵੀ ਵਿਸ਼ਵਾਸੀ ਹੂੰ ਆਪਣੀ ਸਾਹ ਉਸਦੇ ਖਤਮ ਹੋ ਜਾਂਦੇ ਆ ਤੇ ਉਹ ਸਿੱਧਾ ਯਿਸੂ ਮਸੀਹ ਕੋਲ ਜਾਂਦਾ, ਸਵਰਗ ਦੇ ਵਿੱਚ ਜਾਂਦਾ, ਹਾਂਜੀ ਠੀਕ ਹੈ। ਉਹਨੂੰ। ਤੇ ਉਦੋਂ ਉਹ ਰੈਜ਼ਰੈਕਸ਼ਨ ਮਤਲਬ ਉਹ ਆਪਣੇ ਉਹਨਾਂ ਨੂੰ ਸਰੀਰ ਮਿਲਣਾ ਹੈਗਾ, ਹਾਂਜੀ ਰੈਜ਼ਰੈਕਸ਼ਨ ਹੋਣੀ ਆ, ਰੈਜ਼ਰੈਕਸ਼ਨ, ਹਾਂਜੀ ਮੁਰਦੇ ਪੁਨਰ ਉਥਾਨ ਹੋਣਾ, ਜਿਵੇਂ ਕਹਿੰਦੇ ਨਾ ਪੁਨਰ ਉਥਾਨ, ਮੁਰਦੇ ਜਾਂ ਕਿਆਮਤ ਲਫ਼ਜ਼ ਕਿਆਮਤ ਵੀ ਕਹਿ ਦਿੰਦੇ ਹੈਗੇ ਆ। ਇਹਦੇ ਬਾਰੇ ਥੋੜਾ ਜਿਹਾ ਹੋਰ ਇਹਦੇ ਬਾਰੇ ਗੱਲਬਾਤ ਕਰੀਏ ਜੀ, ਇਹ ਕੀ ਹੈਗਾ ਆ ਪੁਨਰ ਉਥਾਨ, ਰੈਜ਼ਰੈਕਸ਼ਨ, ਹਾਂਜੀ ਔਰ ਉਹ ਕਿਹਦਾ ਹੋਣਾ ਹੈਗਾ ਆ, ਕਿੰਨੇ ਤਰ੍ਹਾਂ ਦੇ ਹੈਗੇ ਆ, ਹਾਂਜੀ ਕੀ ਸਿਰਫ ਵਿਸ਼ਵਾਸੀਆਂ ਦਾ ਹੀ ਹੋਣਾ ਆ ਤੇ ਸਾਰਿਆਂ ਦਾ ਹੋਣਾ ਆ, ਕਿੱਥੇ ਕੀ ਥੋੜਾ ਰੈਜ਼ਰੈਕਸ਼ਨ ਦੇ ਬਾਰੇ ਗੱਲਬਾਤ ਕਰਦੇ ਹਾਂ। ਹਾਲੇਲੂਇਆ, ਹਾਂਜੀ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ, ਹਾਲੇਲੂਇਆ। ਦੇਖੋ ਇਹ ਇੱਕ ਬੜਾ ਇੰਪੋਰਟੈਂਟ ਜਾਂ ਬੜਾ ਹੀ ਲਾਜ਼ਮੀ ਤੇ ਜ਼ਰੂਰੀ ਇੱਕ ਟੌਪਿਕ ਹੈਗਾ। ਹਾਂ, ਇਹਨੂੰ ਜਿਸ ਤਰ੍ਹਾਂ ਤੁਸੀਂ ਬੜਾ ਸੋਹਣਾ ਬਿਆਨ ਕੀਤਾ, ਰੈਜ਼ਰੈਕਸ਼ਨ, ਹਾਂਜੀ ਇਹਨੂੰ ਕਹਿੰਦੇ ਨੇ ਪੁਨਰ ਉਥਾਨ ਜਾਂ ਕਿਆਮਤ, ਹਾਂਜੀ ਕਿਆਮਤਾਂ। ਹਾਂਜੀ ਅੱਛਾ, ਇਹ ਜਿਹੜਾ ਹੈ ਨਾ ਲਫ਼ਜ਼, ਜਦੋਂ ਅਸੀਂ ਹੋਰ ਲੈਂਗੁਏਜ ਜਿਸ ਤਰ੍ਹਾਂ ਉਰਦੂ ਦੇ ਵਿੱਚ ਵੇਖ ਲੈਂਦੇ ਹਾਂ ਕਿ ਜੀ ਕਿਆਮਤ ਲਫ਼ਜ਼ ਜਿਹੜਾ ਹੈ, ਇਹਦੀ ਡੈਫੀਨੇਸ਼ਨ ਜਾਂ ਇਹਦੀ ਤੁਸੀਂ ਕਹਿ ਲਓ ਇਹ ਹੈਗਾ ਕੀ ਹੈ, ਮਤਲਬ ਇਹਦੀ ਤਾਰੀਫ ਇਹ ਵੇ ਕਿ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਜਾਣਾ। ਜਦੋਂ ਕਿ ਇਹ ਲਫ਼ਜ਼ ਕਿਆਮਤ ਜਿਹੜਾ ਹੈ, ਇਹ ਜਦੋਂ ਵੀ ਕੋਈ ਇਸ ਦੁਨੀਆ 'ਚ ਡਿਸਟਰੈਕਸ਼ਨ ਆਉਂਦੀ ਹੈ ਜਾਂ ਕੀ ਕਹਿ ਲਓ ਉਹਨੂੰ ਤਬਾਹੀ ਆਉਂਦੀ ਹੈ, ਜਾਂ ਫੈਮਿਲੀ ਦੇ ਵਿੱਚੋਂ ਕੋਈ ਬੰਦਾ ਪੂਰਾ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ, ਤੇ ਉਹ ਲੋਕ ਕਹਿੰਦੇ ਨੇ ਯਾਰ ਸਾਡੇ ਲਈ ਤੇ ਕਿਆਮਤ ਹੀ ਆ ਗਈ ਹੈ। ਹਾਂਜੀ, ਕਿਉਂਕਿ ਇਹਦਾ ਇਸਤੇਮਾਲ ਥੋੜਾ ਜਿਹਾ ਅਸੀਂ ਹਰ ਰਿਲੀਜਨ ਜਾਂ ਉਹਦੇ ਵਿੱਚ ਇਹ ਹੈ ਜੀ, ਉਹ ਜੀ ਬਸ ਇਹਨੂੰ ਹਰ ਤਬਾਹੀ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ। ਹੁਣ ਇਹ ਹੀ ਸਵਾਲ ਅਗਰ ਤੁਸੀਂ ਜਿਹੜਾ ਸੀ ਨਾ ਖੁਦਾ ਦੇ ਲੋਕਾਂ 'ਚ ਵੀ ਆਉਂਦਾ ਸੀ, ਜਿਸ ਤਰ੍ਹਾਂ ਅਯੂਬ 14:14 ਅਗਰ ਤੁਸੀਂ ਦੇਖੋ ਨਾ, ਜੋਬ ਚੈਪਟਰ 14 ਦੇ ਵਿੱਚ, ਤੇ ਉਹ ਕਹਿੰਦਾ ਹੈ ਚੂੰਕਿ ਉਹ ਇਸ ਦੁੱਖਾਂ ਵਿੱਚੋਂ ਗੁਜ਼ਰ ਰਿਹਾ ਸੀ ਤੇ ਉਹਦੇ ਮਾਈਂਡ ਵਿੱਚ ਇੱਕ ਸਵਾਲ ਆ ਗਿਆ, ਤੇ ਅਯੂਬ 14:14 'ਚ ਕਹਿੰਦਾ ਹੈ ਜੇ ਬੰਦਾ ਮਰ ਜਾਏ ਤੇ ਕਿੰਜ ਜਿਉਂਦਿਆ ਹੋਏਗਾ, ਕਿਸ ਤਰ੍ਹਾਂ ਜ਼ਿੰਦਾ ਹੋ ਜਾਏਗਾ। ਲੇਕਿਨ ਜਦੋਂ ਖੁਦਾ ਦੀ ਹਜ਼ੂਰੀ 'ਚੋਂ ਬੈਠਾ ਤੇ ਅਯੂਬ ਜੋਬ ਉਹਦੀ 19:26 ਦੇ ਵਿੱਚ ਉਹਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ। ਠੀਕ ਹੈ, ਪੁਨਰ ਉਥਾਨ ਦੀ ਗੱਲ ਕਰ ਰਹੇ ਹਾਂ, ਜੀ ਉੱਠਣੇ ਦੀ, ਮੁਰਦਿਆਂ ਵਿੱਚੋਂ ਜੀ ਉੱਠਣ ਦੀ। ਤੇ ਉਹ ਬੜਾ ਸੋਹਣਾ ਕਹਿੰਦਾ ਹੈ ਕਿ ਮੈਂ ਆਪਣੀ ਖਾਲ ਮੀਨਸ ਹੈ ਜਿਹੜੀ ਬਦਨ ਨੇ, ਸਰੀਰ ਦੇ ਬਰਬਾਦ ਹੋਣ ਤੋਂ ਬਾਅਦ ਵੀ, ਸਰੀਰ ਦੇ ਬਰਬਾਦ ਹੋਣ ਤੋਂ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਪਰਮੇਸ਼ਵਰ ਜਾਂ ਖੁਦਾ ਨੂੰ ਵੇਖਾਂਗਾ। ਪੜ੍ਹ ਦੋ ਜੀ। ਹਾਂਜੀ ਦੋਨੇ ਆਇਤਾਂ ਪੜ੍ਹਦੇ ਨੇ। ਹਾਂਜੀ, ਕਿਉਂਕਿ ਅਕਸਰ ਇਹ ਖਿਆਲ ਆਉਂਦਾ ਹੈ ਕਿ ਜੇ ਮਰ ਗਿਆ ਬੰਦਾ ਤੇ ਮਰ ਹੀ ਗਿਆ। ਨਹੀਂ, ਇਹ ਬੜਾ ਅੱਛਾ ਤੁਸੀਂ ਚੁੱਕੇ ਜਾਣ, ਯਾਨੀ ਉਹ ਜਦੋਂ ਯਿਸੂ ਦੇ ਪਿਆਰੇ ਯਿਸੂ ਨੇ ਬਦਲਾ ਤਾਂ ਕਰਨਾ, ਉਹ ਚੁੱਕੇ ਜਾਣਗੇ ਨਾ, ਇਹ ਬੜਾ ਅੱਛਾ ਹੈ, ਜਿਹਦੇ ਲਈ ਸਾਨੂੰ ਖੁੱਲ੍ਹ ਕੇ ਤਸੱਲੀ ਹੋਣੀ ਚਾਹੀਦੀ ਹੈ ਤੇ ਨਾਲੇ ਹੋਰ ਲੋਕਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਜੀ ਸਰ, ਬਿਲਕੁਲ ਜੀ। ਆਪਾਂ ਪੜ੍ਹਦੇ ਹਾਂ ਜੀ ਅਯੂਬ ਜੋਬ 14:14 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ। ਕੁਐਸਚਨ, ਹਾਂਜੀ, ਸਵਾਲ ਪਾਇਆ ਉਹਨੇ ਜੀ। ਆਪਣੇ ਯੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ ਜੀ, ਜਦ ਤੱਕ ਮੇਰਾ ਵੈਰੀ ਨਾ ਆਵੇ। ਹਾਂਜੀ, ਮੇਰੀ ਵਾਰੀ ਨਾ, ਜਦ ਤੱਕ ਮੇਰੀ ਵਾਰੀ ਨਾ, ਮਤਲਬ ਟਾਈਮ ਦੀ ਗੱਲ। ਤੁਸੀਂ ਪੰਜਾਬੀ ਪੜ੍ਹ ਲੈਂਦੇ ਆ ਜੀ। ਹਾਲੇਲੂਇਆ। ਮੈਂ ਆਪਣੇ ਯੁੱਧ ਦੇ ਸਾਰੇ ਦਿਨ, ਯੁੱਧ ਲਿਖਿਆ, ਯੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ ਜਦ ਤੱਕ ਮੇਰੀ ਵਾਰੀ ਨਾ ਆਵੇ। ਯੁੱਧ ਲਿਖਿਆ ਨਾ, ਯੁੱਧ ਦੇ ਸਾਰੇ ਦਿਨ, ਮਤਲਬ ਹੈ ਯੁੱਧ ਹੋ ਗਿਆ, ਇੱਕ ਯੁੱਧ ਜਿਹੜਾ ਚੱਲ ਰਿਹਾ ਉਹਦੇ ਤੇ ਪਰਸੀਕਿਊਸ਼ਨ ਸੀ ਜਾਂ ਦੁੱਖਾਂ ਵਿੱਚੋਂ ਗੁਜ਼ਰ ਰਿਹਾ ਸੀ, ਟ੍ਰਾਇਲਸ ਵਿੱਚੋਂ ਗੁਜ਼ਰ ਰਿਹਾ ਸੀ। ਹਾਂਜੀ, ਪੌਲ ਵੀ ਕਹਿੰਦਾ ਆਪਾਂ ਸਪਿਰਿਚੁਅਲ, ਆਪਾਂ ਰੂਹਾਨੀ ਯੁੱਧ ਦੇ ਵਿੱਚ ਹੈ। ਤੇ 19 ਦੀ ਗਾਲਬਨ 26 ਆਇਤ ਦੇਖੋ, ਉਹ ਆਪ ਹੀ ਜਵਾਬ ਦੇ ਰਿਹਾ, ਕਿਉਂਕਿ ਜਦੋਂ ਸਾਡੇ ਵਿੱਚ ਬਹੁਤ ਸਾਰੇ ਕੁਐਸਚਨਸ ਉੱਠਦੇ ਨੇ ਤੇ ਪਵਿੱਤਰ ਆਤਮਾ ਸਾਡੇ ਤੇ ਖੋਲ ਦਿੰਦਾ ਹੈ। ਦੇਖ ਲਓ, ਹੁਣ ਇਹਦਾ ਜਵਾਬ ਉਹ ਖੁਦ ਹੀ ਦੇ ਰਿਹਾ। ਹਾਂਜੀ, ਆਪਾਂ ਅਯੂਬ ਜੋਬ 19:26 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ,
ਅਤੇ ਆਪਣੀ ਇਸ ਖਲ ਦੇ ਨਾਸ ਹੋਣ ਦੇ ਮਗਰੋਂ ਹਾਂ ਹਾਂਜੀ ਆਪਣੀ ਜਿਹੜੀ ਚਮੜੀ ਆਪਣਾ ਉਹ ਸਰੀਰ ਜਿਹੜਾ ਹੈਗਾ ਤਬਾਹ ਹੋ ਜਾਏਗੀ ਹਾਂਜੀ, ਜਦੋਂ ਨਾਸ਼ ਹੋਣ ਦੇ ਮਗਰੋਂ ਹਾਂ ਮੈਂ ਆਪਣੇ ਮਾਸ ਤੋਂ ਬਿਨਾਂ ਆਪਣੇ ਮਾਸ ਤੋਂ ਬਿਨਾਂ ਪਰਮੇਸ਼ਰ ਨੂੰ ਵੇਖਾਂਗਾ। ਹਾਂਜੀ ਹਾਂ ਠੀਕ ਹੈ। ਪਰਮੇਸ਼ਰ ਨੂੰ ਦੇਖਾਂਗਾ। ਯਾਨੀ ਕਿ ਟ੍ਰਾਂਸਲੇਸ਼ਨ ਵਿੱਚ ਇਹ ਵੇ ਕਿ ਫਿਰ ਮੈਂ ਆਪਣੇ ਸਰੀਰ ਵਿੱਚੋਂ ਵੇਖਾਂਗਾ ਜਦੋਂ ਉਹ ਨਾਸ਼ ਵੀ ਹੋ ਜਾਏਗਾ। ਇਹਦਾ ਮਤਲਬ ਇਹ ਹਾਂਜੀ ਕਿ ਕੋਈ ਜੀ ਉੱਠਣੇ ਦੀ ਗੱਲ ਹੋ ਰਹੀ ਗੱਲ ਹੋ ਰਹੀ ਹੈ, ਹਾਂ। ਮਤਲਬ ਕਿ ਮਰਨ ਤੋਂ ਬਾਅਦ ਸਾਡਾ ਸਰੀਰ ਮਰਨ ਤੋਂ ਬਾਅਦ ਵੀ ਜੀਵਨ ਹੈ। ਜਿਵੇਂ ਇੰਗਲਿਸ਼ ਵਿੱਚ ਪੜ੍ਹ ਦੋ ਕਿੰਗ ਹਾਂ ਕਿੰਗ ਜੇਮਸ ਦੇ ਵਿੱਚ ਪੜ੍ਹਦੇ ਨੇ ਹੈਗੇ ਆ ਜੀ। ਕਿਉਂਕਿ ਉਹ ਕਹਿ ਰਿਹਾ ਬਈ ਇਹ ਜਦੋਂ ਮੇਰਾ ਜਿਸਮ ਮੇਰੀ ਖਾਲ ਹਾਂ। ਬਰਬਾਦ ਹੋ ਜਾਏਗੀ ਹਾਂਜੀ ਹਾਂਜੀ ਤੇ ਫਿਰ ਉਹ ਕਹਿ ਰਿਹਾ ਮੈਨੂੰ ਇੱਕ ਜਿਸਮ ਮਿਲਣਾ ਹੈ ਹੈਨਾ। ਹਾਂਜੀ ਮੈਂ ਆਪਣੇ ਜਿਸਮ ਵਿੱਚ ਪਰਮੇਸ਼ਵਰ ਨੂੰ ਵੇਖਾਂਗਾ। ਕਿੰਨੀ ਵੱਡੀ ਉਮੀਦ ਹੈ। ਇਹ ਪੁਨਰ-ਉਥਾਨ ਹੈ। ਹਾਂ ਜਦੋਂ ਇੱਕ ਚੀਜ਼ ਫਿਨਿਸ਼ ਹੋ ਗਈ ਤੇ ਉਹ ਜੀ ਹਾਂਜੀ ਜੋਬ 19:26 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ ਕਿੰਗ ਜੇਮਸ ਦੇ ਵਿੱਚ, ਐਂਡ ਦੋ ਆਫਟਰ ਮਾਈ ਸਕਿਨ worms destroy this body, yet in my flesh I will see God। ਹਾਂ ਯਾਨੀ ਫਿਰ ਵੀ ਮੈਨੂੰ ਸਰੀਰ ਮਿਲੇਗਾ ਹਾਂ। ਜਿਹਦੇ 'ਚ ਮੈਂ ਦੇਖਾਂਗਾ। ਅਸਲ ਵਿੱਚ ਇਹ ਭਾਜੀ ਗੱਲ ਇਹ ਹੈ ਇੱਕ ਪੌਲ ਦੇ ਦੌਰ ਵਿੱਚ ਜਾਂ ਅਰਲੀ ਕਲੀਸਿਆ 'ਚ ਚੱਲ ਰਿਹਾ ਸੀ ਕਿ ਖੁਦਾਵੰਦ ਯਿਸੂ ਦੇ ਲਈ ਸੀ। ਜਦੋਂ ਇਹਨਾਂ ਨੇ ਵੇਖਿਆ, ਚੇਲਿਆਂ ਨੇ ਵੇਖਿਆ ਕਿ ਉਹ ਮਰਿਆ ਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਗਿਆ ਤੇ ਇਹ ਇੱਕ ਸਵਾਲ ਹੋ ਗਿਆ ਕਿ ਨਹੀਂ, ਬੰਦਾ ਮਰ ਕੇ ਜੀ ਨਹੀਂ ਸਕਦਾ। ਲੇਕਿਨ ਪੌਲ ਨੇ ਇਹਨੂੰ ਖੋਲਿਆ। ਪਹਿਲਾ ਕਰੰਥੀਆਂ 15:20 ਦੇ ਵਿੱਚ ਉਹਨੇ ਕਿਹਾ ਲੇਕਿਨ ਫਿਰ ਵਾਕਿਆ ਮਸੀਹ ਮੁਰਦਿਆਂ ਵਿੱਚੋਂ ਜਿੰਦਾ ਹੋ ਗਿਆ। ਕਿਉਂਕਿ ਚੇਲਿਆਂ ਦੇ ਕਰਤੱਵ ਅਗਰ ਤੁਸੀਂ ਦੇਖੋ ਉਹਦੀ 23:8 ਦੇ ਵਿੱਚ, ਕਿਉਂਕਿ ਯਹੂਦੀਆਂ 'ਚ ਇੱਕ ਫਿਰਕਾ ਇਹੋ ਜਿਹਾ ਸੀ, ਡਿਨੋਮੀਨੇਸ਼ਨ ਇਹੋ ਜਿਹੀ ਸੀ, ਸਦੂਕੀ ਜਿਹੜੇ ਸਨ। ਉਹ ਕਹਿੰਦੇ ਸਨ ਕਿ ਦੇਖੋ ਜੀ ਕਿਆਮਤ ਹੈਗੀ ਨਹੀਂ, ਪੁਨਰ-ਉਥਾਨ ਹੈ ਹੀ ਨਹੀਂ, ਰੈਜ਼ਰੈਕਸ਼ਨ ਹੈ ਹੀ ਨਹੀਂ, ਨਾ ਤਾਂ ਕੋਈ ਫਰਿਸ਼ਤਾ ਹੈ ਤੇ ਨਾ ਕੋਈ ਰੂਹ ਹੈ। ਇਹ ਉਹਨਾਂ ਦਾ ਬਲੀਵ ਸੀ। ਠੀਕ ਹੈ। ਜਿਹੜਾ ਚੇਲਿਆਂ ਦੇ ਕਰਤੱਵ 23:23-8 ਠੀਕ ਹੈ। ਹੁਣ ਪਾਲੂਸ ਰਸੂਲ ਨੇ ਇਹਦਾ ਜਵਾਬ ਇਸ ਤਰ੍ਹਾਂ ਦਿੱਤਾ ਕਿ ਪਹਿਲਾ 1 Corinthians chapter 15 verse 20 ਦੇ ਵਿੱਚ ਕਿ ਕਹਿੰਦਾ ਹੈ ਕਿ ਨਹੀਂ, ਮਸੀਹ ਯਿਸੂ ਮੁਰਦਿਆਂ 'ਚੋਂ ਜ਼ਿੰਦਾ ਹੋਇਆ। ਹੁਣ ਦੇਖੋ ਇਹ ਇੱਕ ਸਵਾਲ ਕੀਤਾ ਜਾਂਦਾ ਹੈ, ਦੁਨੀਆ ਕਰਦੀ ਹੈ ਔਰ ਜ਼ਾਹਿਰ ਹੈ ਕਿ ਉਹਨਾਂ ਨੂੰ ਕਰਨਾ ਵੀ ਚਾਹੀਦਾ। ਔਰ ਉਹ ਇਹ ਵੇ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਨਾ, ਜਦੋਂ ਮਸੀਹ ਯਿਸੂ ਮੁਰਦਿਆਂ ਵਿੱਚੋਂ ਜਿਉਂਦਿਆ ਹੋ ਗਿਆ ਤੇ ਉਸ ਸਰੀਰ ਦੇ ਵਿੱਚ ਯਾਨੀ ਇੱਕ ਜੀ ਉਠੇ ਬਦਨ ਦੇ ਵਿੱਚ ਉਹਨੂੰ ਵੇਖਣ ਦੇ ਕੁਝ ਗਵਾਹ ਸਨ। ਮੇਰੇ ਖਿਆਲ ਇਹ ਸਾਡੇ ਚਾਹੀਦਾ। ਨੰਬਰ 1 ਕਿ ਪ੍ਰਭੂ ਯਿਸੂ ਮਸੀਹ ਸਭ ਤੋਂ ਪਹਿਲੇ ਜਦੋਂ ਜੀ ਉਠਿਆ ਉਹਦੀ ਗਲੋਰੀਫਾਈ ਬਾਡੀ ਸੀ, ਜਲਾਲੀ ਬਦਨ ਸੀ। ਉਹ ਮਰੀਮ ਮਗਦਲੀਨੀ ਨੂੰ ਨਜ਼ਰ ਆਇਆ ਹੈ ਨਾ, ਯੂਹੰਨਾ 20:17 ਦੇਖ ਲੈਣਾ। ਠੀਕ ਹੈ। ਉਹਦੇ ਬਾਅਦ ਉਹ ਹੋਰ ਔਰਤਾਂ ਨੂੰ ਦਿਖਾਈ ਦਿੱਤਾ ਗਿਆ। ਠੀਕ ਹੈ। ਇਹ ਮਤੀ 28:9 ਤੇ 10 ਦੇ ਵਿੱਚ ਇਹ ਸਬੂਤ ਨੇ ਕਿ ਕੋਈ ਕਹੇ ਕਿ ਯਿਸੂ ਪਤਾ ਨਹੀਂ ਜੀ ਉਠਿਆ ਕਿ ਨਹੀਂ ਉਠਿਆ। ਨਹੀਂ ਨਾਲੇ ਆਪਾਂ ਜਿਹੜਾ ਪੜ੍ਹਿਆ ਨਾ ਜੋਬ ਦੀ ਆਪਾਂ ਪੜ੍ਹਿਆ ਹੈਗਾ 14 ਆਪਣੇ 19:26 ਹਾਂਜੀ, ਉਹਦੇ 'ਚ ਲਿਖਿਆ ਦੋ ਮਾਈ ਸਕਿਨ ਵਰਮਸ ਡਿਸਟਰੋਏ ਦਿਸ ਬੋਡੀ, ਕਹਿੰਦਾ ਭਾਵੇਂ ਮੇਰਾ ਆਹ ਸਰੀਰ ਖਤਮ ਹੋ ਜਾਏ ਪਰ ਫੇਰ ਵੀ ਇਨ ਮਾਈ ਫਲੈਸ਼ ਆਈ ਵਿਲ ਸੀ ਗॉड। ਉਹ ਕੋਈ ਹੋਰ ਕੋਈ ਜਿਸਮ ਦਿੱਤਾ ਜਾਏਗਾ ਉਹਦੇ ਵਿੱਚ ਦੇਖੋ। ਜਿੱਦਾਂ ਹੁਣ ਯਿਸੂ ਮਸੀਹ ਦਾ ਪਹਿਲਾ ਜਿਸਮ ਖਤਮ ਹੋ ਗਿਆ, ਨਵਾਂ ਜਿਸਮ ਮਿਲਿਆ, ਗਲੋਰੀਫਾਈ ਬੋਡੀ, ਜਿਸ ਤਰ੍ਹਾਂ ਤੁਸੀਂ ਕਿਹਾ। ਫਿਰ ਕਹਿੰਦਾ ਮੈਨੂੰ ਛੂ ਕੇ ਦੇਖੋ। ਹਾਂ ਸੋ ਇਹ ਉਹ ਸਬੂਤ ਨੇ, ਮਾਸ ਹੱਡੀਆਂ ਤੁਸੀਂ ਮੇਰੀਆਂ ਦੇਖੋ, ਮੈਨੂੰ ਛੂ ਕੇ ਦੇਖੋ, ਮੈਂ ਭੂਤ ਪ੍ਰੇਤ ਨਹੀਂ ਹੈਗਾ, ਕੱਲਾ ਗੋਸ਼ਟ ਨਹੀਂ ਹੈਗਾ। ਕਹਿੰਦਾ ਮੈਨੂੰ ਕੁਝ ਖਾਣ ਨੂੰ ਦਿਓ। ਉਹ ਉਸ ਸਰੀਰ ਜਿਹੜਾ ਉਹ ਸਰੀਰ ਦੀ ਗੱਲ ਕਰ ਰਹੇ ਹਾਂ। ਫਿਰ ਦੇਖ ਰਹੇ ਹਾਂ ਕਿ ਪ੍ਰੂਫ ਕਿ ਲੋਕਾਂ ਨੇ ਉਹਨੂੰ ਦੇਖਿਆ। ਫਿਰ ਅਸੀਂ ਦੇਖਦੇ ਹਾਂ ਕਿ ਪਤਰਸ ਨੂੰ ਉਹ ਦਿਖਾਈ ਦਿੱਤਾ ਲੂਕਾ 24:34 ਆਇਤ ਦੇ ਵਿੱਚ, ਹੈ ਨਾ। ਇਹ ਸਾਰੇ ਪ੍ਰੂਫਸ ਨੇ। ਫਿਰ ਕਈਆਂ ਨੇ ਕਈ ਬਾਜ਼ਗਤ ਮੇਰੇ ਨਾਲ ਵੀ ਸਵਾਲ ਕੀਤਾ। ਮੈਂ ਕਿਹਾ ਜੀ ਇਹ ਬਾਈਬਲ ਦੱਸ ਰਹੀ ਹੈ। ਫਿਰ ਉਹ ਯਿਸੂ ਮਸੀਹ ਆਮੂਸ ਦੀ ਰਾਹ ਉੱਤੇ ਜਿੱਥੇ ਦੋ ਉਹਦੇ ਸ਼ਾਗਿਰਦ ਜਾ ਰਹੇ ਸਨ ਉਹਨਾਂ ਦੇ ਨਾਲ ਰਲ ਗਿਆ ਤੇ ਗੱਲਾਂ ਬਾਤਾਂ ਕਰਦਾ ਰਿਹਾ। ਉਹਨਾਂ ਨੂੰ ਨਜ਼ਰ ਆਇਆ। ਫਿਰ ਉਹ ਘਰ ਜਾ ਕੇ ਜਦੋਂ ਰੋਟੀ ਤੇ ਦੁਆ ਕੀਤੀ ਤੇ ਉਹਨਾਂ ਪਛਾਣ ਲਿਆ ਕਿ ਯਿਸੂ ਤੇ ਯਿਸੂ ਹੋਰੀ ਗਾਇਬ ਹੋ ਗਏ। ਉਹ ਤੁਸੀਂ ਦੇਖ ਲਓਗੇ ਲੂਕਾ 24:13 ਤੋਂ 16 ਦੇ ਵਿੱਚ ਵਾਕਿਆ।
ਠੀਕ ਹੈ। ਲੂਕ ਚੈਪਟਰ 24 ਵਰਸ 13 to 16। ਫਿਰ ਯਿਸੂ 11 ਸ਼ਾਗਿਰਦਾਂ ਨਾਲ ਉਹਨੇ ਮੁਲਾਕਾਤ ਕੀਤੀ, 11 ਨਾਲ, ਹਾਂਜੀ ਠੀਕ ਹੈ। ਇਹ ਆਪਣਾ ਥੋਮਾ ਨਹੀਂ ਸਕਾ, ਹਾਂਜੀ, ਲੂਕਾ 24 ਦੀ 33, ਲੂਕ ਚੈਪਟਰ ਯਾਨੀ ਮੁਕੱਦਸ ਲੂਕਾ ਉਹਦਾ 24 ਚੈਪਟਰ ਤੇ 33 ਵਰਸ। ਅੱਛਾ, ਫਿਰ ਜਿਹੜਾ ਨਾ ਅਪਰ ਰੂਮ, ਜਿਹੜਾ ਬਾਲਾਖਾਨਾ ਦੇ ਵਿੱਚ 120 ਦੀ ਜਮਾਤ ਸੀਗੀ ਨਾ, ਬਾਲਾਖਾਨਾ ਜਿੱਥੇ ਉੱਥੇ ਉਹ ਅਪਰ ਰੂਮ ਦੇ ਵਿੱਚ ਜਿੱਥੇ ਚੇਲੇ ਛੁਪੇ ਦੇ ਸਨ, ਉੱਥੇ ਫਿਰ ਅਪਰ ਰੂਮ ਦੇ ਵਿੱਚ ਟੂਮਾਂ ਦੀ ਤੁਸੀਂ ਜ਼ਿਕਰ ਕੀਤਾ ਹੈ, ਉਹਨੂੰ ਹੋਰ 11 ਚੇਲਿਆਂ ਦੇ ਨਾਲ ਉੱਥੇ ਨਜ਼ਰ ਆਇਆ। ਠੀਕ, ਇਹਦਾ ਵੀ ਹਵਾਲਾ ਨੋਟ ਕਰ ਲਓ, ਯੂਹੰਨਾ ਉਹਦੀ 20 ਦੀ 25 ਤੋਂ 28, ਜੌਨ ਚੈਪਟਰ 20 ਵਰਸ 25 ਤੋਂ 28। ਤੇ ਉੱਥੇ ਤਬਰਿਆਸ ਦੀ ਇੱਕ ਲੇਕ ਹੈ, ਝੀਲ ਹੈ, ਉੱਥੇ ਵੀ ਸ਼ਾਗਿਰਦਾਂ ਨੂੰ ਨਜ਼ਰ ਆਇਆ। ਇਹ ਪ੍ਰੂਫਸ ਨੇ, ਇਹ ਬਹੁਤ ਜ਼ਰੂਰੀ ਨੇ। ਯੂਹੰਨਾ 21 ਦੀ 11 ਤੋਂ 14 ਹੈ। ਤੇ ਯਿਸੂ ਪਹਾੜ ਉੱਤੇ, ਠੀਕ ਹੈ, ਮਤੀ 28 ਦੀ 16 ਦੇ ਵਿੱਚ 11 ਸ਼ਾਗਿਰਦਾਂ ਨੂੰ ਨਜ਼ਰ ਆਇਆ ਸੀ। ਫਿਰ ਯਿਸੂ 500 ਲੋਕਾਂ ਨੂੰ ਜਿਹੜਾ ਸੀ ਭਾਈਆਂ ਨੂੰ ਉਹ ਨਜ਼ਰ ਆਇਆ। ਪਾਲੂਸ ਦੱਸ ਰਿਹਾ ਪਹਿਲਾ ਕਰੰਥੀਆਂ 15 ਦੀ 6, 1 Corinthians ਚੈਪਟਰ 15 ਵਰਸ 6। ਤੇ ਫਿਰ ਯਿਸੂ ਬੈਤਨੀਆ ਜਿੱਥੋਂ ਅਸੈਂਡ ਹੋ ਰਿਹਾ ਸੀ, ਜਿੱਥੋਂ ਹੁਣ ਸਵਰਗਾਂ ਤੇ ਜਾ ਰਿਹਾ ਸੀ, ਉੱਥੇ ਉਹਨਾਂ ਉੱਤੇ ਜ਼ਾਹਿਰ ਹੋਇਆ। ਲੂਕਾ 24 ਦੀ 36 ਤੋਂ 43, ਯਾਨੀ ਲੂਕ ਚੈਪਟਰ 24 36 ਤੋਂ 43 ਤੇ ਫਿਰ 50 ਤੋਂ 52, ਹੈ ਨਾ, 24 ਦੀ 50 ਤੋਂ 52। ਅੱਛਾ, ਹੁਣ ਇਹ ਜਿਹੜਾ ਸਵਾਲ ਤੁਸੀਂ ਪਾਰਟ B ਕੀਤਾ ਹੈਗਾ ਨਾ, ਹੁਣ ਦੇਖੋ ਇਹ ਮੁਰਦਿਆਂ ਦੀ ਕਿਆਮਤ ਜਾਂ ਮੁਰਦਿਆਂ ਦਾ ਪੁਨਰੁਥਾਨ, ਮੁਰਦੇ ਮੀਨ ਜਿਹੜੇ ਮਰ ਗਏ ਨੇ, ਹਾਂਜੀ, ਇਹਨਾਂ ਦੇ ਇਹ ਦਰਜਾ ਬਾਈ ਦਰਜਾ ਜਾਂ ਫੇਜ਼ ਬਾਈ ਫੇਜ਼ 3 ਹਿੱਸਿਆਂ 'ਚ ਹੋਏਗੀ, ਮਤਲਬ ਬਾਰੀ ਹਾਂਜੀ 3 ਹਿੱਸਿਆਂ 'ਚ ਹੋਏਗੀ। ਹਾਂਜੀ, ਵੈਸੇ ਤੇ ਮੁਰਦੇ ਪੁਰਾਣੇ ਨੇਮ ਵਿੱਚ ਵੀ ਜ਼ਿੰਦਾ ਹੁੰਦੇ ਰਹੇ ਨੇ, ਲੇਕਿਨ ਜ਼ਿੰਦਾ ਹੋ ਕੇ ਮਰਦੇ ਰਹੇ ਨੇ, ਠੀਕ ਹੈ। ਲੇਕਿਨ ਨੰਬਰ 1 ਕਿ ਪਹਿਲਾ ਫਲ ਜਿਹੜਾ ਹੈਗਾ ਨਾ, ਫਸਟ ਫਰੂਟ, ਉਹ ਸਾਰਿਆਂ ਤੋਂ ਪਹਿਲੇ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਇਹ ਬਦਨ ਮਿਲਿਆ। ਮਤਲਬ ਹੈ ਮਰੇ ਲਾਜ਼ਰ ਵੀ ਯਿਸੂ ਨੇ ਜ਼ਿੰਦਾ ਕੀਤਾ, ਹੋਰ ਵੀ ਅਲੀਸ਼ਾ ਦੀ ਹੱਡੀਆਂ ਤੋਂ ਜ਼ਿੰਦਾ ਹੋ ਗਏ, ਲੇਕਿਨ ਫਿਰ ਮਰ ਗਏ, ਠੀਕ ਹੈ। ਪੁਨਰ ਅਥਾਨ ਦਾ ਇਹ ਵੀ ਇੱਕ ਕਨਸੈਪਟ ਹੈਗਾ। ਮਤਲਬ ਜਿਹੜੀ ਜਲਾਲੀ ਬਦਨ, ਗਲੋਰੀਫਾਈ ਬੋਡੀ ਸਭ ਤੋਂ ਪਹਿਲਾਂ ਯਿਸੂ ਮਸੀਹ ਨੂੰ ਮਿਲੀ ਹੈ। ਗਲੋਰੀਫਾਈ ਬਾਡੀ ਯਿਸੂ ਮਸੀਹ ਨੂੰ ਮਿਲੀ ਸਭ ਤੋਂ ਪਹਿਲਾਂ ਯਿਸੂ ਮਸੀਹ ਨੂੰ ਹੀ ਮਿਲੀ ਹੈ। ਪਹਿਲਾ ਕਰੰਥੀਆਂ 15 ਦੀ 20 'ਚ ਤੁਸੀਂ ਅਗਰ ਦੇਖ ਲਓ ਤੇ ਉਹਦੇ 'ਚ ਲਿਖਿਆ ਹੈ ਕਿ ਮਸੀਹ ਯਿਸੂ ਜਿਹੜਾ ਨਾ ਵਾਕਈ ਜ਼ਿੰਦਾ ਹੋਇਆ ਤੇ ਜਿਹੜੇ ਸੋਏ ਨੇ ਉਹਨਾਂ 'ਚੋਂ ਪਹਿਲਾ ਫਲ ਹੋਇਆ, ਠੀਕ ਹੈ, ਫਸਟ ਫਰੂਟ। ਤੇ ਫਿਰ ਅੱਗੇ 3 ਸਟੈਪ ਨੇ। ਫਿਰ ਅੱਗੇ ਜ਼ਿੰਦਗੀ ਦੀ ਕਿਆਮਤ ਹੈਗੀ ਹੈ, ਮਤਲਬ ਹੈ ਜੌਨ ਚੈਪਟਰ 5 ਵਰਸ 28 ਤੇ 29 ਪੜ੍ਹਦੇ ਹੋ, ਠੀਕ ਹੈ। ਜ਼ਿੰਦਗੀ ਦੀ, ਹਾਂਜੀ, ਜ਼ਿੰਦਗੀ ਦੀ ਕਿਆਮਤ ਮਤਲਬ ਇਹ ਵੇ ਕਿ ਲੋਕ ਜਿਹੜੇ ਯਿਸੂ 'ਚ ਨੇ ਜਾਂ ਧਰਮੀ ਬੰਦੇ, ਉਹ ਜਦੋਂ ਪੁਨਰੁਥਾਨ ਹੋਏਗਾ, ਜੀ ਉਠਣਗੇ ਤੇ ਉਹ ਸਦਾ ਦੀ ਬਰਕਤ ਪਾਣਗੇ, ਠੀਕ ਹੈ, ਉਹਨਾਂ ਨੂੰ ਬਲੈਸਿੰਗ ਮਿਲੇਗੀ, ਹੈ ਨਾ। ਤੇ ਜਿਹੜੇ ਵਿਸ਼ਵਾਸੀ ਨੇ, ਜਿਹੜੇ ਪਾਪੀ ਲੋਕ ਨੇ, ਉਹ ਵੀ ਜੀ ਉਠਣਗੇ, ਲੇਕਿਨ ਉਹ ਨਰਕਾਂ 'ਚ ਤੇ ਹੋਣਗੇ, ਲੇਕਿਨ ਉਹ ਅੱਗ ਦੀ ਝੀਲ 'ਚ ਸੁੱਟੇ ਜਾਣਗੇ। ਇਹ ਵਰਸ ਪੜ੍ਹਦੇ ਤੇ ਉਹਨਾਂ ਨੂੰ ਵੀ ਕੋਈ ਸਰੀਰ ਮਿਲੇਗਾ, ਉਹਨਾਂ ਨੂੰ ਅੱਗੇ ਆ ਜਾਂਦੇ ਆ। ਚਲੋ ਅੱਛਾ, ਤੁਸੀਂ ਪਾਠ ਦੇ ਦਿੱਤਾ, ਅੱਗੇ ਦੇਖ ਲੈਂਦੇ ਹਾਂ। ਸੋ ਇਹ ਆਇਤਾਂ ਦੋਏ ਦੱਸਦੀਆਂ ਨੇ ਕਿ ਦੇਖੋ ਜੀ, ਇਹ ਨਿਆਂ ਵਿਸ਼ਵਾਸੀ ਤੇ ਅਵਿਸ਼ਵਾਸੀਆਂ ਸਾਰਿਆਂ ਦਾ ਹੋਣਾ ਹੈ, ਤਾਂ ਕਿ ਇਹ ਨਾ ਹੋਵੇ ਜੇ ਕਿ ਖੁਦਾ ਕਿਸੇ ਦਾ ਭਾਲ ਨਹੀਂ ਕਰਦਾ, ਤਰਫਦਾਰੀ ਨਹੀਂ ਕਰਦਾ। ਸੋ ਇਹ ਆਇਤ ਪਲੀਜ਼ ਪੜ੍ਹ ਦਿਓ ਤੇ ਜਿਹਦੇ ਵਿੱਚ ਪਤਾ ਲੱਗ ਜਾਏਗਾ ਕਿ ਪੁਨਰੁਥਾਨ ਜਾਂ ਮੁਰਦਿਆਂ ਦੇ ਵਿੱਚੋਂ ਵਿਸ਼ਵਾਸੀ ਤੇ ਅਵਿਸ਼ਵਾਸੀ ਦੋਏ ਜੀ ਉਠਣਗੇ, ਲੇਕਿਨ ਵਿਸ਼ਵਾਸੀ ਹਮੇਸ਼ਾ ਸਦਾ ਦੀ ਬਰਕਤ ਲਈ, ਤੇ ਜਿਹੜੇ ਦੂਜੇ ਨੇ ਅਵਿਸ਼ਵਾਸੀ ਗੁਨਾਹਗਾਰ ਪਾਪੀ ਲੋਕ, ਉਹ ਲੇਕ ਆਫ ਫਾਇਰ ਜਾਂ ਉਹਦੇ ਵਿੱਚ ਸੁੱਟੇ ਜਾਣਗੇ। ਇਹ ਹਵਾਲੇ, ਇਹ ਨੰਬਰ
ਦੋ ਹੋ ਗਿਆ, ਤਿੰਨ ਹਿੱਸੇ ਦੇਖਣੇ ਨੇ। ਪਹਿਲੇ ਯਿਸੂ ਨੂੰ ਦੇਖ ਲਿਆ, ਫਿਰ ਇਹ ਜਿਹੜਾ ਹੈ ਇਹ ਜ਼ਿੰਦਗੀ ਦੀ ਕਿਆਮਤ, ਪਾਰਟ ਬੀ ਸਜ਼ਾ ਦੀ ਕਿਆਮਤ, ਸਜ਼ਾ ਲਈ ਪੁਨਰੁਥਾਨ ਤੇ ਜ਼ਿੰਦਗੀ ਲਈ ਪੁਨਰ। ਪਹਿਲਾਂ 5 ਦਾ 28 29 ਪੜ੍ਹਦੇ ਜੀ ਪੜ੍ਹ ਗਿਆ ਹਾਂਜੀ। ਤੇ ਯਹੋਨਾ ਦੀ ਇੰਜੀਲ 5 ਦਾ 28 ਤੇ 29 ਇਸ ਤਰ੍ਹਾਂ ਕਹਿੰਦਾ ਹੈ ਜੀ, ਉਸ ਨੂੰ ਅਚਰਜ ਨਾ ਜਾਣੋ, ਕਿਉਂਕਿ ਉਹ ਘੜੀ ਆਉਂਦੀ ਹੈ ਜਿਹਦੇ ਵਿੱਚ ਉਹ ਸਭ ਜਿਹੜੇ ਕਬਰਾਂ ਵਿੱਚ ਹਨ ਉਸ ਦੀ ਆਵਾਜ਼ ਸੁਣਨਗੇ ਅਤੇ ਹਾਲੇਲੂਇਆ। ਨਿਕਲ ਜਾਣਗੇ। ਜਿਨ੍ਹਾਂ ਨੇ ਭਲਾਈਆਂ ਕੀਤੀਆਂ ਹੈ ਸੋ ਜਿਉਣ ਦੀ ਕਿਆਮਤ ਲਈ, ਜਿਉਣ ਦੀ ਕਿਆਮਤ, ਉਹ ਜਿਹੜੀ ਤੁਸੀਂ ਕਹੀ ਇਹ ਜਿਉਣ ਦੀ ਕਿਆਮਤ, ਹਾਂ, ਜਿਉਣ ਦੀ ਕਿਆਮਤ ਲਈ, ਅਤੇ ਜਿਨ੍ਹਾਂ ਨੇ ਬੁਰਾਈਆਂ ਕੀਤੀਆਂ ਉਹ ਨਿਆਂ ਦੀ ਕਿਆਮਤ ਲਈ। ਜਿਉਣ ਦੀ ਕਿਆਮਤ ਉਹ ਸਦਾ ਲਈ ਜੀਓਗੇ, ਉਹ ਮਤਲਬ ਜਿਹੜੀ ਉਹਨਾਂ ਨੂੰ ਰੈਜ਼ਰੈਕਸ਼ਨ ਹੋਏਗੀ ਉਹ ਸਦਾ ਲਈ ਜੀਣ ਦੇ ਵਾਸਤੇ ਹੋਏਗੀ। ਤੇ ਜਿਹੜੇ ਦੂਜੇ ਨੇ ਅਵਿਸ਼ਵਾਸੀ, ਹਾਂ, ਉਹਨਾਂ ਦੀ ਨਿਆਂ ਤੇ ਹੋਏਗਾ, ਉਹ ਵੀ, ਉਹਨਾਂ ਨੂੰ ਵੀ ਜਿਸਮ ਮਿਲਣਗੇ, ਉਹ ਵੀ ਜੀ ਉਠਣਗੇ। ਹਾਂਜੀ। ਅੱਛਾ, ਹੁਣ ਇਹ ਅੱਗੇ ਅਸੀਂ ਚੱਲਾਂਗੇ, ਦੇਖਾਂਗੇ, ਲੇਕਿਨ ਉਹ ਅੱਗ ਦੀ ਝੀਲ ਸਦਾ ਲਈ ਸੁੱਟ ਦਿੱਤੇ ਜਾਣ। ਹਾਂ, ਕਿਉਂਕਿ ਜਿਹੜਾ ਅੱਗ ਨੂੰ ਜਿਹੜਾ ਸੇਕ ਤਪਸ਼ ਮਹਿਸੂਸ ਹੁੰਦੀ ਤਾਂ ਸਰੀਰ ਨੂੰ ਵੀ ਮਹਿਸੂਸ ਹੁੰਦੀ, ਉਹਨਾਂ ਨੂੰ ਕੋਈ ਨਾ ਕੋਈ ਸਰੀਰ ਤਾਂ ਮਿਲੇਗਾ ਜਿਹੜਾ। ਸੋ ਇਹ ਤੇ ਫਿਰ ਜੀ ਕਿਸੇ ਦੇ ਮਨ ਵਿੱਚ ਇਹ ਵੀ ਸਵਾਲ ਹੋ ਸਕਦਾ, ਉਹ ਤਾਂ ਅੱਗ ਦੇ ਵਿੱਚ ਸੜ ਜਾਣਾ ਉਹਨਾਂ ਨੇ, ਤਾਂ ਫਿਰ ਤਾਂ ਖਤਮ ਗੱਲ, ਫਿਰ ਸਦਾ ਦੀ ਅੱਗ ਦੇ ਵਿੱਚ ਉਹ ਕਿਸ ਤਰ੍ਹਾਂ ਉਹ। ਵਾਹ, ਤੁਸੀਂ ਇੱਕ ਸਟੈਪ ਹੋਰ ਲੈ ਗਏ ਹੋ। ਚਲੋ ਤੁਸੀਂ ਅੱਗੇ ਦੱਸਣਾ ਸੀਗਾ ਮੈਂ। ਅੱਛਾ, ਨਹੀਂ, ਪਹਿਲਾਂ ਅਸੀਂ ਦੇਖਿਆ ਪ੍ਰਭੂ ਯਿਸੂ ਦਾ ਪ੍ਰੂਫ, ਸੈਕੰਡ ਇਹ ਵੇਖਿਆ ਕਿ ਵਿਸ਼ਵਾਸੀ ਅਵਿਸ਼ਵਾਸੀ, ਤੀਸਰਾ ਜਿਹੜਾ ਹੁਣ ਆ ਗਿਆ ਨਾ ਤੁਹਾਡਾ, ਉਹ ਜੀ ਉਠਾ ਬਦਨ, ਰੈਜ਼ਰੈਕਟਡ ਬੋਡੀਜ਼, ਜਿਹੜਾ ਜਿਸਮ ਜੀ ਉਠਿਆ, ਭਾਵੇਂ ਵਿਸ਼ਵਾਸੀਆਂ ਦਾ ਜਾਂ ਅਵਿਸ਼ਵਾਸੀਆਂ ਦਾ। ਕਿਉਂਕਿ ਆ ਜਿਹੜਾ ਸਰੀਰ ਹੈਗਾ ਆ ਤਾਂ ਸੜ ਜਾਂਦਾ, ਖਤਮ ਹੋ ਜਾਂਦਾ, ਤੇ ਉਹ ਕਿਸ ਤਰ੍ਹਾਂ ਦਾ ਹੋਏਗਾ? ਉਹ ਹਾਲੇਲੂਇਆ। ਦੇਖੋ ਜੀ, ਇਸ ਤਰ੍ਹਾਂ ਕਰੋ ਕਿ ਇੱਕ ਆਇਤ ਕੱਢ ਲਓ, ਪਹਿਲਾ ਕੁਰਿੰਥੀਆਂ 15 ਦੀ 44। ਪਹਿਲਾ ਕੁਰਿੰਥੀਆਂ 15 ਦੀ 44, ਯਾਨੀ ਪਹਿਲਾ ਕੁਰਿੰਥੀਆਂ 15 ਦੀ 44। ਅੱਛਾ, ਇਹ ਨਾ ਬਾਜ਼ ਲੋਕ ਕਹਿੰਦੇ ਨੇ, ਦੇਖੋ ਜੀ, ਬਾਜ਼ ਕਹਿੰਦੇ ਨੇ ਉਹ ਸਰੀਰ ਤੇ ਮਿੱਟੀ 'ਚ ਹੀ ਮਿਲ ਜਾਣਾ ਹੈ, ਤੇ ਆਤਮਾ ਜਿਹੜੀ ਹੈ ਨਾ ਉਹ ਸ਼ਾਇਦ ਜੀ ਉਠੇ, ਜਦੋਂ ਕਿ ਆਤਮਾ ਤਾਂ ਮਰਦੀ ਹੀ ਹੈ। ਹਾਂ, ਉਹ ਆਤਮਾ ਮਰਦੀ ਨਹੀਂ। ਉਹਦਾ ਸਬੂਤ ਜਿਹੜਾ ਹੈਗਾ ਉਹ ਪਹਿਲਾ ਪਤਰਸ 3 ਦੀ 4 ਲਿਖ ਲਓ, ਜਿਹੜਾ ਬੋਲ ਦਿੱਤਾ ਤੁਸੀਂ। ਫਸਟ ਪੀਟਰ ਚੈਪਟਰ ਬੋਲਿਓ 3 ਦੀ 4। ਹਾਂਜੀ। ਸੋ ਲੂਕ, ਜਿੱਥੇ ਅਮੀਰ ਆਦਮੀ ਤੇ ਲਾਜ਼ਰ ਦੀ ਕਹਾਣੀ ਹੈ, ਲੂਕਾ 16 ਦੀ 28 ਤੋਂ 31। ਠੀਕ ਹੈ, 16 ਦੀ 28 ਤੋਂ 31। ਇਹਦਾ ਮਤਲਬ ਇਹ ਜਿਹੜੀ ਇਹ ਵਰਸਿਸ ਦੱਸੀਆਂ ਨੇ, ਸਾਡੀ ਆਤਮਾ ਤੇ ਪ੍ਰਾਣ ਨੂੰ ਕਦੀ ਮੌਤ ਨਹੀਂ ਆਉਂਦੀ, ਮਰਨ ਤੋਂ ਬਾਅਦ ਵੀ ਜੀਵ ਜ਼ਿੰਦਾ ਰਹਿੰਦੀਆਂ ਨੇ। ਜਿਸ ਤਰ੍ਹਾਂ ਲਾਜ਼ਰ ਤੇ ਅਮੀਰ ਆਦਮੀ ਮਰ ਗਏ, ਤੇ ਪ੍ਰਾਣ ਉਹਦਾ ਮਾਈਂਡ ਕੰਮ ਕਰ ਰਿਹਾ ਸੀ, ਮੇਰੇ 5 ਭਰਾ ਨੇ, ਹੈ, ਨਾਲੇ ਉਹਨੇ ਵੇਖਿਆ ਕਿ ਇਹ ਬਾਪ ਇਬਰਾਹਿਮ ਦੇ ਗੋਦ 'ਚ, ਠੀਕ ਹੈ। ਸੋ ਇਹ ਚੀਜ਼ ਪ੍ਰੂਫ ਨੇ। ਸੋ ਉਹ ਹਵਾਲਾ ਪੜ੍ਹ ਦਿਓ ਕਿ ਪਹਿਲਾ ਕੁਰਿੰਥੀਆਂ 15 ਦੀ 44 ਭਈ ਇਹ ਜੀ ਉਠਿਆ ਬਦਨ ਜਿਹੜਾ ਹੈ ਨਾ, ਇਹਦੇ ਮੁਤਲਕ ਦੇਖ ਲਈਏ ਫਿਰ। ਹਾਂਜੀ, ਪਹਿਲਾ ਕੁਰਿੰਥੀਆਂ 15 ਦੀ 44। ਹਾਂਜੀ ਜੀ, ਹਾਂਜੀ, ਉਹ 'ਚ ਲਿਖਿਆ ਹੈ, ਉਹ ਪ੍ਰਾਣਕ ਸਰੀਰ, ਯਾਨੀ ਨਫਸਾਨੀ ਆਦਮੀ, ਦੁਨਿਆਵੀ ਜਿਸਮ ਜਿਹੜਾ ਹੈ, ਹਾਂਜੀ, ਉਹ ਹੋਇਆ ਜਾਂਦਾ ਹੈ। ਉਹ ਸਰੀਰ ਜਿਹੜਾ ਸਾਹ ਲੈਂਦਾ ਸਰੀਰ ਨਾ, ਸਰੀਰ ਮਿੱਟੀ ਬਣ ਜਾਂਦੀ ਹੋ ਕੇ ਬੀਜਿਆ ਜਾਂਦਾ ਹੈ, ਪਰ ਉਹ ਆਤਮਕ ਸਰੀਰ ਹੋ ਕੇ ਜੀ ਉੱਠਦਾ ਹੈ। ਹਾਂਜੀ, ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ। ਇਸ ਸਰੀਰ ਨੂੰ ਪ੍ਰਾਣਕ ਸਰੀਰ ਕਿਹਾ ਗਿਆ। ਇਹ ਜਦੋਂ ਮਿੱਟੀ ਜਾਂਦਾ ਨਾ, ਹਾਂ। ਅੱਛਾ, ਹੁਣ ਇਹ ਇੱਕ ਇਸੇ ਗੱਲ ਦਾ ਤੁਸੀਂ ਪਹਿਲਾ ਕੁਰਿੰਥੀਆਂ 15 ਦੀ 35 ਆਇਤ ਜ਼ਰਾ ਕੱਢਿਓ। ਇਹਦੇ 2 ਗੱਲਾਂ ਨੇ ਜਿਹਦੇ ਨਾਲ ਸਾਨੂੰ ਇਹ ਸਾਰਾ ਕੁਝ ਮਿਲ ਜਾਏਗਾ। ਫਸਟ ਕੁਰਿੰਥੀਅਨਸ ਚੈਪਟਰ 15 ਵਰਸ 35, ਇਹ ਪੜ੍ਹ ਦਿਓ ਪਲੀਜ਼। ਇਹਦੇ 2 ਸਵਾਲ ਨੇ। ਨੰਬਰ 1 ਕਿ ਇਹ ਜਿਹੜੇ ਮੁਰਦੇ ਨੇ ਜਾਂ ਇਹ ਜਿਹੜੇ ਮਰ ਗਏ ਨੇ, ਹੈ, ਉਹ ਕਿਵੇਂ ਜੀ ਉੱਠਦੇ ਨੇ, ਨੰਬਰ 1। ਤੇ ਦੂਜਾ, ਫਿਰ ਉਹ ਕਿਹੜੇ ਰੂਪ ਵਿੱਚ ਉੱਠਦੇ ਨੇ, ਕਿਹੜੇ ਸਰੀਰ ਵਿੱਚ ਉੱਠਣਗੇ। ਇਹ 2 ਵੇਖ ਲਾਂਗੇ, ਇਹਦੇ ਵਿੱਚ ਕਵਰ ਹੋ ਜਾਏਗਾ ਉਹ ਸਵਾਲ। ਠੀਕ ਹੈ ਜੀ। ਹਾਂਜੀ, ਪਹਿਲਾ ਕੁਰਿੰਥੀਆਂ 15 ਇਹ ਪੁਨਰੁਥਾਨ ਦੀ ਗੱਲ ਕਰ ਰਹੇ ਹਾਂ। ਹਾਂਜੀ, ਪਹਿਲਾ ਕੁਰਿੰਥੀਆਂ 15 ਦੀ 35 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ,
ਜੀ। ਪਰ ਕੋਈ ਆਖੇਗਾ ਕਿ ਮੁਰਦਾ ਕਿਕਰ ਜੀ ਉੱਠੇਗਾ, ਇਹ ਹਾਂਜੀ, ਹਾਂ। ਅਤੇ ਕਿਹੋ ਜਿਹੀ ਦੇਹ ਨਾਲ ਆਉਂਦੇ ਹਨ। ਇਹ ਦੋ ਸਵਾਲ ਨੇ ਕਿ ਮੁਰਦਾ ਕਿੰਜੀ ਉੱਠੇਗਾ ਤੇ ਕਿਹੋ ਜੀ ਦੇਹ ਜਾਂ ਜਿਸਮ ਨਾਲ ਆਉਂਦੇ ਨੇ। ਠੀਕ ਹੈ, ਇਹਦੇ 7 ਸਬੂਤ ਪਾਲੂਸ ਰਸੂਲ ਦੇਣ ਦੇ 7 ਪ੍ਰੂਫਸ, ਕਿਉਂਕਿ ਇਹ ਸਾਨੂੰ ਨਹੀਂ ਸੋਚਣਾ ਕਿ ਇਹ ਨਹੀਂ ਹੋਣਾ। ਨੰਬਰ 1 ਕਿ ਇਹ ਉਹ ਜਿਸਮ ਨਹੀਂ, ਆਇਤ 37 ਦੇ ਵਿੱਚ ਤੁਸੀਂ ਪੜ੍ਹਿਆ ਨਾ, ਇਹ ਉਹ ਜਿਸਮ ਨਹੀਂ, 37 ਚ ਪੜ੍ਹਦੇ ਹੋ। ਹਾਂ 37 ਚ ਸਗਾ ਜੀ। ਅੱਛਾ ਆਪਾਂ 35/37 ਪੜ੍ਹ ਦਈਏ। ਯਾਨੀ ਜੀ ਉਠੇ ਬਦਨ ਦੀ ਗੱਲ ਕਰ ਰਹੇ ਆ, ਇਹ ਉਹ ਜਿਸਮ ਨਹੀਂ। ਹਾਂਜੀ ਹਾਂ 15 ਦੀ ਪਹਿਲਾ ਕਰੋਥਿਆ 15 ਦੀ 37 ਜੀ ਵਿੱਚ ਲਿਖਿਆ ਹੈ, ਅਤੇ ਜਿਹੜਾ ਤੂੰ ਬੀਜਦਾ ਹੈ ਤੂੰ ਉਹ ਰੂਪ ਨਹੀਂ ਬੀਜਦਾ ਜੋ ਹੋਵੇਗਾ, ਪਰ ਨਿਰਾ ਇੱਕ ਦਾਣਾ, ਭਾਵੇਂ ਕਣਕ ਦਾ ਭਾਵੇਂ ਹੋਰ ਕਾਸੇ ਦਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਸਰੀਰ ਮਰ ਜਾਂਦਾ ਹੈ, ਮਿੱਟੀ ਖਾਕ ਭਾਵੇਂ ਉਹਨੂੰ ਸਾੜ ਦਿਓ, ਉਹ ਜਿਹੜਾ ਇੱਕ ਬੀਜ ਹੈ। ਹੁਣ ਜਿਹੜਾ ਬੀਜ ਬੋਇਆ ਜਾਂਦਾ ਹੈ, ਉਹ ਜਿਹੜਾ ਪੌਦਾ ਨਿਕਲਦਾ ਹੈ ਉਹ ਵੱਖਰਾ ਹੁੰਦਾ ਹੈ ਉਹਦੇ ਨਾਲੋਂ, ਬੀਜ ਦੇ ਨਾਲ ਪੌਦਾ ਤੇ ਵੱਖਰਾ ਹੁੰਦਾ ਹੈ, ਟਰੀ ਜਾਂ ਉਹਨੂੰ ਕਹਿੰਦੇ। ਠੀਕ ਹੈ, ਸੋ ਮੌਤ ਦੇ ਵੇਲੇ ਸਾੜਿਆ ਹੋਇਆ ਜਿਸਮ ਜਾਂ ਉਹਨੂੰ ਕਹਿ ਲਓ ਕੋਈ ਅਧਰੰਗੀ ਜਿਸਮ ਹੈ, ਮਾਜ਼ੂਰ ਜਿਸਮ ਹੈ, ਇਹ ਪੁਨਰ ਅਥਾਨ ਤੋਂ ਬਾਅਦ ਉਹ ਜਦੋਂ ਉੱਗੇਗਾ ਹੈ, ਉਹ ਦੂਜੇ ਜਿਸਮਾਂ ਵਾਲੀ ਗੱਲ ਹੋਏਗਾ। ਉਹ ਬਜ਼ੁਰਗ ਨਹੀਂ ਹੋਏਗਾ, ਉਹ ਬਦਸੂਰਤ ਨਹੀਂ ਹੋਏਗਾ, ਉਹਦੀ ਹਾਲਤ ਜਿਹੜੀ ਹੈ ਉਹ ਮਾੜੀ ਨਹੀਂ ਹੋਏਗੀ, ਕਿਉਂਕਿ ਬੀਜ ਉਹ ਬੀਜ ਦਿੱਤਾ ਗਿਆ। ਔਰ ਇਹ ਕਿੱਦਾਂ ਹੋਏਗਾ? ਇਹ ਪਰਮੇਸ਼ਵਰ ਦੀ ਕਿਰਪਾ ਦੇ ਅਨਸਾਰ ਹੋਏਗਾ। ਜ਼ਬੂਰ ਆਇਤ 38 ਪੜ੍ਹਦੇ ਹੋ, ਹੁਣ ਦੇਖ ਰਹੇ ਹਾਂ ਕਿੱਦਾਂ ਹੋਏਗਾ। ਤਾਂ ਇਹ ਤੇ 38 ਹਾਂਜੀ ਹਾਂ 38 ਆਇਤ ਹਾਂਜੀ, ਕਿਹੜੀ? ਪਹਿਲਾ ਕਰੰਥੀਆਂ 15 ਦੀ 38। ਹਾਲੇਲੂਇਆ। ਉਹਦੇ ਵਿੱਚ ਲਿਖਿਆ ਹੈ ਪਹਿਲਾ ਕਰੰਥੀਆਂ 15 ਦੀ 38, ਹਾਂਜੀ, ਪਰੰਤੂ ਪਰਮੇਸ਼ਰ ਜਿਵੇਂ ਉਹ ਤੂੰ ਪਾਇਆ, ਜਿਵੇਂ ਉਹਨੇ ਪਾਇਆ ਹੈ ਨਾ, ਜਿਵੇਂ ਉਹਨੂੰ ਪਾਇਆ ਹਾਂ ਉਹ ਉਸ ਨੂੰ ਰੂਪ ਦਿੰਦਾ ਹੈ, ਰੂਪ ਦਿੰਦਾ ਹੈ। ਪਰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀ ਨੂੰ ਆਪੋ ਆਪਣੇ ਰੂਪ। ਹਾਂਜੀ ਹਾਲੇਲੂਇਆ। ਹੁਣ ਇੱਥੇ ਇਹ ਗੱਲ ਸਮਝਣੀ ਹੈ, ਇਹ ਜਿਹੜਾ ਜਿਸਮ ਮਰ ਗਿਆ ਮਿੱਟੀ, ਇਹ ਜਦੋਂ ਜੀ ਉੱਠੇਗਾ ਨਾ, ਪਹਿਲਾ ਯਹੋਨਾ 3 ਦੀ 2 ਆਇਤ ਵਿੱਚ ਦੇਖੋ ਯਹੋਨਾ ਕੀ ਕਹਿ ਰਿਹਾ। ਪਹਿਲਾ ਯਹੋਨਾ 1 ਜੌਨ 3:2 ਦੇ ਵਿੱਚ ਹਾਂਜੀ ਹਾਂਜੀ ਭਾਈ ਜਦੋਂ ਉਹ ਜ਼ਾਹਿਰ ਹੋਏਗਾ, ਕੌਣ? ਪ੍ਰਭੂ ਯਿਸੂ ਮਸੀਹ, ਅਸੀਂ ਵੀ ਉਹਦੀ ਮਾਨੰਦ ਹੋਵਾਂਗੇ, ਯਾਨੀ ਕੰਪਲੀਟ ਹਾਂਜੀ ਯਿਸੂ ਦੀ ਮਾਨੰਦ ਹੋਵਾਂਗੇ। ਹਾਂਜੀ ਆ ਇੱਕ 40ਵੀਂ ਆਇਤ ਵਿੱਚ ਵੀ ਕੁਝ ਲਿਖਿਆ ਹੈ ਜੀ ਪਹਿਲੇ ਇਹ ਤੁਸੀਂ 38 ਦੇ ਵਿੱਚ ਵੇਖ ਲਓ ਨਾ, 38 ਪੜ੍ਹ ਲਈ। ਹਾਂ ਪੜ੍ਹ ਲਈ, ਤੇ ਫਿਰ 41 ਤੇ 42 ਦੇਖ ਲਓ ਕਿ ਇਹ ਸਿਤਾਰੇ 'ਚ ਫਰਕ ਹੈ, ਯਾਨੀ ਕਿ ਇਹ ਨਹੀਂ ਸਾਰਿਆਂ ਦੇ ਸਰੀਰ ਇੱਕੋ ਜਿਹੇ ਹੋਣਗੇ। ਹਾਂਜੀ ਹਾਂਜੀ ਹੈ, ਸਾਰਿਆਂ ਦੇ ਇੱਕ ਜਿਹੇ ਨਹੀਂ ਹੋਣਗੇ। ਲੇਕਿਨ ਅੱਗੇ ਚਲਾਂਗੇ, ਪਹਿਲੇ ਪਹਿਲਾ ਯਹੋਨਾ ਪੜ੍ਹ ਲਈ ਕਿ ਆ ਪੜ੍ਹੀ 40 ਪਹਿਲਾ ਯਹੋਨਾ 3 ਦੀ 2 ਹਾਂਜੀ ਇਹ ਪੜ੍ਹ ਲਓ, ਬਹੁਤ ਫਾਸਟ ਜਾ ਰਹੇ ਆ, ਟਾਈਮ ਵੀ ਬਚਾ ਜਾਣਾ। ਹਾਂਜੀ ਹਾਂਜੀ ਤੇ ਆਪਾਂ ਪੜ੍ਹਦੇ ਹਾਂ ਜੀ ਪਹਿਲਾ ਯਹੋਨਾ 3 ਦੀ 2 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਪਹਿਲਾ ਯਹੋਨਾ ਦਾ ਪਹਿਲਾ ਖਾਤੂ 3 ਦੀ 2 ਵਿੱਚ ਲਿਖਿਆ ਹੈ, ਹੇ ਪਿਆਰਿਓ, ਅਸੀਂ ਹੁਣ ਪਰਮੇਸ਼ਰ ਦੇ ਬਾਲਕ ਹਾਂ, ਅਤੇ ਅਜੇ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਹਾਂ ਹਾਂਜੀ ਕੀ ਕੁਝ ਹੋਵਾਂਗੇ, ਹਾਲੇ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ, ਪਰ ਪਰਮੇਸ਼ਰ ਦੇ ਬਾਲਕ ਹਾਂ। ਅਸੀਂ ਇਹ ਜਾਣਦੇ ਹਾਂ ਕਿ ਜਦ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਸ ਦੇ ਵਰਗੇ ਹੋਵਾਂਗੇ, ਕਿਉਂਕਿ ਜੋ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ। ਇਹ ਜ਼ਬੂਰ 38 ਦੇ ਵਿੱਚ ਅਸੀਂ ਵੇਖਿਆ ਕਿ ਇਹ ਸਰੀਰ ਜਿਹੜੇ ਨੇ ਨਾ, ਇਹ ਜਿਹੜਾ ਤੁਹਾਡਾ ਸਰੀਰ ਹੈ ਇਹ ਤੁਹਾਡਾ ਹੀ ਹੋਣਾ ਹੈ, ਮੇਰਾ ਸਰੀਰ ਮੇਰਾ ਹੀ ਹੋਣਾ ਹੈ ਨਾ। ਇਹ ਤੁਹਾਡੀ ਆਤਮਾ ਦੇ ਮੁਤਾਬਿਕ ਉਹ ਤੁਹਾਨੂੰ ਦਿੱਤਾ ਜਾਏਗਾ, ਔਰ ਤੁਸੀਂ ਬਿਲਕੁਲ ਫਰੈਸ਼ ਇਸੇ ਸਰੀਰ ਵਿੱਚ ਹੋਵੋਗੇ, ਮੈਂ ਇਸੇ ਸਰੀਰ ਵਿੱਚ ਹੋਵਾਂਗਾ, ਕਿਉਂਕਿ ਇਹ ਜਿਹੜਾ ਨਾ 42 ਆਇਤ ਦੇ ਵਿੱਚ ਤੁਸੀਂ ਪੜ੍ਹਿਆ 41-42 ਪਹਿਲਾ ਕਰੰਥੀਆਂ ਦੀ ਹਾਂਜੀ ਨਹੀਂ ਪੜ੍ਹਿਆ ਨਹੀਂ, 40 ਤੋਂ ਪੜ੍ਹਦੀ 40 ਤੋਂ 42 40 ਤੋਂ 42 ਹਾਂਜੀ ਪਹਿਲਾ ਕਰੰਥੀਆਂ 15 ਦੀ 40 ਤੋਂ 42 ਚ ਪੜ੍ਹਦੇ ਹੈਗੇ। ਲਿਖਿਆ ਹੈ
ਸੁਰਗੀ ਸਰੀਰ ਵੀ ਹਨ ਹਾਂ ਅਤੇ ਜ਼ਮੀਨੀ ਸਰੀਰ ਵੀ ਹਨ, ਪਰ ਸਵਰਗੀਆਂ ਦਾ ਪ੍ਰਤਾਪ ਹੋਰ ਹੈ ਅਤੇ ਜ਼ਮੀਨ ਦਾ ਹੋਰ। ਹਾਂਜੀ, ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦਰਮਾ ਦਾ ਪ੍ਰਤਾਪ ਹੋਰ ਹੈ, ਅਤੇ ਤਾਰਿਆਂ ਦਾ ਪ੍ਰਤਾਪ ਹੋਰ, ਕਿਉਂ ਜੋ ਪ੍ਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ। ਹਾਂਜੀ, 42 ਵਿੱਚ ਲਿਖਿਆ ਹੈ, ਇਸੇ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵੰਤ ਬੀਜਿਆ ਜਾਂਦਾ ਹੈ, ਹਾਲੇਲੂਇਆ, ਪਰ ਅਵਿਨਾਸ਼ੀ ਜੀ ਉੱਠਦਾ ਹੈ। ਹਾਲੇਲੂਇਆ। ਹਾਂਜੀ, ਸੋ ਅਸੀਂ ਪਹਿਲਾਂ ਦੇਖਿਆ ਸੀ ਪ੍ਰਭੂ ਯਿਸੂ ਦੇ ਮੁਤਲਕ ਜਿਹੜਾ ਸੀ ਹੈ ਨਾ, ਪਹਿਲਾਂ ਦੇਖਿਆ ਕਿ ਉਹ ਜਿਸਮ ਜਿਹੜਾ 37 ਆਇਤ ਤੋਂ, ਠੀਕ ਹੈ। ਦੂਸਰਾ ਅਸੀਂ ਫਿਰ ਵੇਖ ਲਿਆ ਸੀ ਕਿ 38 ਆਇਤ ਦੇ ਵਿੱਚ ਕਿ ਇਹ ਖੁਦਾ ਆਪਣੀ ਆਜ਼ਾਦ ਮਰਜ਼ੀ ਨਾਲ। ਤੀਸਰਾ ਅਸਾਂ ਵੇਖ ਲਿਆ ਸੀ ਕਿ ਇਹ ਜਿਸਮ ਹਰ ਲਿਹਾਜ਼ ਨਾਲ ਵੱਖਰੇ ਵੱਖਰੇ ਜਿੰਜ ਆਤਮਾ ਹੈਗੀ ਹੈ ਉਹਦੇ ਮੁਤਾਬਿਕ। ਚੌਥਾ ਜਿਹੜਾ ਹੈ, ਇਹ ਸਰੀਰ ਜਦੋਂ ਮਿਲੇ 42 ਦੇ ਵਿੱਚ ਜਿਹੜਾ ਹੁਣ ਤੁਸੀਂ ਪੜ੍ਹਿਆ ਹੈ, ਇਹ ਜਿਹੜਾ ਹੈ ਨਾ ਇਮੋਰਟਲ ਹੋਣਗੇ। ਹਾਂ, ਚਾਹੇ ਵਿਸ਼ਵਾਸੀ ਚਾਹੇ ਹਾਂ, ਇਹਨੂੰ ਮੌਤ ਤੇ ਇਹਨੂੰ ਇਹ ਗਲੇ ਸੜੇਗਾ ਨਹੀਂ। ਇਹ 42 ਦੇ ਵਿੱਚ ਇਸੇ ਤਰੀਕੇ ਨਾਲ ਅਵਿਸ਼ਵਾਸੀਆਂ ਨੂੰ ਵੀ ਜਿਹੜੇ ਅੱਗ ਦੀ ਝੀਲ ਜਾਣਗੇ, ਇਹੋ ਜਿਹਾ ਬਦਨ ਮਿਲੇਗਾ ਜਿਹਦਾ ਕੀੜਾ ਵੀ ਨਹੀਂ ਮਰੇਗਾ ਤੇ ਉਹ ਅੱਗ ਦੇ ਵਿੱਚ ਸੜਦਾ ਰਹੇਗਾ। ਯਸਾਇਆ 66 ਦੀ ਤੁਹਾਡੀ ਬੜੀ ਪੈਟ ਆਏ ਤੇ ਉਹਦੀ 24 ਆਏ, ਯਸਾਇਆ 66 ਦੀ 24 ਆਏ ਤੇ ਮਰਕਸ 9 ਦੀ 44 ਤੋਂ 48। 9 ਦੀ 44 ਤੋਂ 48। ਤੇ ਫਿਰ ਪੰਜਵਾਂ ਸਬੂਤ ਵੀ ਲਿਖ ਲਓ ਕਿ ਇਹ ਜਿਸਮ ਜਲਾਲੀ ਹੋਏਗਾ ਵਿਸ਼ਵਾਸੀਆਂ ਦਾ, ਆਇਤ 43 ਦੇ ਵਿੱਚ। ਠੀਕ ਹੈ, ਤੇ ਕਿਹੜੀ ਆਪਣੇ ਮਾਰਕ 9 ਦੀ 43? ਨਹੀਂ, ਇਹ ਹੋਏਗਾ ਪਹਿਲਾ ਕਰੰਥੀਆਂ। ਓਕੇ, ਕਿਉਂਕਿ ਪਾਲੂਸ ਰਸੂਲ ਨੇ ਭੇਤ ਖੋਲ੍ਹੇ ਨੇ ਨਾ, ਤੇ ਪੰਜਵਾਂ ਇਹ ਹੋ ਗਿਆ, 7 ਉਹਨੇ ਦੱਸੇ ਨੇ। 9 ਦੀ 43 ਹੈ। ਹਾਂਜੀ, ਤੇ ਉਹ ਜਲਾਲੀ ਹੋਏਗਾ, ਜਿਵੇਂ ਕਿ ਮੱਤੀ 17 ਦੀ 1 ਤੋਂ 8 ਦੇ ਵਿੱਚ ਮਸੀਹ ਦੀ ਸੂਰਤ ਬਦਲ ਗਈ ਸੀ ਤੇ ਮੌਕੇ ਤੇ ਉਹ ਜਿੰਜ ਨਜ਼ਰ ਆਣ ਡਈ ਸੀ, ਹੈ ਨਾ। ਹਾਂਜੀ, ਤੇ ਇਹ ਵੇ ਕਿ ਉਹਨਾਂ ਨੇ ਮਸੀਹ ਯਿਸੂ ਨੂੰ ਪਛਾਣ ਲਿਆ ਉਹਨਾਂ ਨੇ ਜਦੋਂ ਉਹ ਜਲਾਲੀ ਬਦਲ ਨਹੀਂ ਸੀ। ਤੇ 6ਵਾਂ ਇਹ ਵੇ ਕਿ ਇਹ ਜਿਸਮ ਜਿਹੜਾ ਨਾ ਇਹ ਸ਼ਕਤੀਸ਼ਾਲੀ ਹੋਏਗਾ, ਆਇਤ 43 ਦੇ ਵਿੱਚ, ਯਾਨੀ ਕਿ ਇਹਦੇ ਅੱਗੇ ਕੋਈ ਬੈਰੀਅਰ ਨਹੀਂ ਹੋਣਗੇ। ਇਹ ਇਸ ਨੈਚੁਰਲ ਕੀ ਕਹਿ ਲਓ ਲਾਜ਼ ਤੋਂ ਅਲੱਗ ਹੋਏਗਾ। ਯਾਨੀ ਜਿਸ ਤਰ੍ਹਾਂ ਯਿਸੂ, ਇਹਦੇ ਅੱਗੇ ਕੋਈ ਦੀਵਾਰ ਨਹੀਂ, ਤੁਸੀਂ ਜਾਣਾ ਚਾਹੋਗੇ ਐਂ ਟੁੱਟ ਜਾਓਗੇ। ਠੀਕ ਹੈ, ਤੇ ਇਹਦਾ 43 ਆਇਤ ਲਿਖ ਲਿਆ। ਤੇ 7ਵਾਂ ਇਹ ਦੇਖ ਲੈਣਾ ਕਿ ਇਹ ਜਿਸਮ ਰੂਹਾਨੀ ਹੋਏਗਾ, ਧਰਮੀਆਂ ਦਾ, ਆਇਤ 44 ਵਿੱਚ। ਜਿੰਜ ਪ੍ਰਭੂ ਯਿਸੂ ਮਸੀਹ ਦਾ ਤੁਸੀਂ ਬੜਾ ਸੋਹਣਾ ਜ਼ਿਕਰ ਕੀਤਾ, ਜਲਾਲੀ ਬਦਨ ਦੇ ਵਿੱਚ ਗੋਸ਼ਤ ਤੇ ਬਦਨ ਹੋਏਗਾ, ਸਰੀਰ ਤੇ ਹੋਏਗਾ। ਉਹਨਾਂ ਚੇਲਿਆਂ ਨੇ ਕਿਹਾ ਸੀ ਆਤਮਾ ਹੈ, ਉਹਨਾਂ ਆਖਿਆ ਇਹ ਆਤਮਾ ਦੇ ਸਰੀਰ ਤੇ ਗੋਸ਼ਤ ਨਹੀਂ ਹੁੰਦਾ। ਬਲੱਡ ਯਿਸੂ ਦਾ ਸੂਲੀ ਉੱਤੇ ਬਹਿ ਗਿਆ ਸੀ, ਯਹੋਨਾ 24 ਦੀ 39 ਦੇਖ ਲਓ। ਠੀਕ ਹੈ, ਸੋ ਇਹ ਉਸ ਬਦਨ ਦੀ ਗੱਲ ਹੋ। ਥੋੜਾ ਜਿਹਾ ਹੋਰ ਹੈ ਜੀ ਵਿੱਚ ਸਵਾਲ, तो अगली उधर कर लेंगे। ठीक है, आपको फिनिश करते हैं जी। हालेलुया। ਤੇ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ, ਜੋ ਕੁਝ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਉਹ ਸਾਰਾ ਸਾਡੇ ਅੰਦਰ ਵਸ ਜਾਏ, ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ ਤਾਂ ਕਿ ਚੋਰ ਚੋਰੀ ਨਾ ਕਰ ਸਕੇ, ਤਾਂ ਕਿ ਇਸ ਵਿੱਚ ਕੋਈ ਕਨਫਿਊਜ਼ਨ, ਕੋਈ ਵੀ ਭੁਲੇਖਾ ਨਾ ਪਾ ਸਕੇ, ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ, ਔਰ ਬਹੁਤ ਸਾਰਾ ਫਲ ਆਪ ਦੇ ਰਾਜ ਦੇ ਲਈ ਹੋਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਤੇ। ਆਮੀਨ, ਆਮੀਨ, ਆਮੀਨ।